ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਜਿਉਂ ਜੋਰੂ ਸਿਰ ਨਾਵਣੀ ਆਵੈ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਸੁੱਚੇ ਏ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਏ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤੇ ਦੇ ਤਹਿਤ ਆਸਾ ਕੀ ਵਾਰ ਦੀ 17ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਹਨ। ਪਹਿਲੇ ਸ਼ਲੋਕ ਦੀ ਕਥਾ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਦੂਸਰੇ ਸ਼ਲੋਕ ਦਾ ਪਾਠ ਇਸ ਸਮੇਂ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਮਨੁੱਖ ਨੂੰ ਕੀ ਉਪਦੇਸ਼ ਕਰ ਰਹੇ ਹਨ। ਧਰਮ ਦੀ ਦੁਨੀਆ ਦੇ ਵਿੱਚ ਜਦੋਂ ਆਪਾਂ ਵੇਖੀਏ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਮਨੁੱਖ ਨੇ ਕਈ ਤਰ੍ਹਾਂ ਦਾ ਅਡੰਬਰ ਰਚਿਆ ਹੋਇਆ ਹੈ, ਜਿਹਦੇ ਵਿੱਚੋਂ ਕੱਲ੍ਹ ਆਪਾਂ ਸਰਾਧਾਂ ਬਾਰੇ ਵੀ ਵਿਚਾਰ ਸਰਵਣ ਕੀਤੀ ਹੈ। ਮਨੁੱਖ ਨੇ ਕਈ ਤਰ੍ਹਾਂ ਦੇ ਅਡੰਬਰ ਬਣਾ ਛੱਡੇ ਨੇ। ਪਾਤਸ਼ਾਹ ਜੀ ਕਹਿੰਦੇ ਭਾਈ ਇੱਦਾਂ ਕੋਈ ਵੀ ਮਨੁੱਖ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ। ਕੋਈ ਮਨੁੱਖ ਪ੍ਰਵਾਨ ਹੁੰਦਾ ਹੈ ਜੋ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਦਾ ਹੈ, ਪਰਮਾਤਮਾ ਦੇ ਦੈਵੀ ਗੁਣਾਂ ਨੂੰ ਧਾਰਨ ਕਰਦਾ ਹੈ। ਪਰ ਜੇ ਕੋਈ ਧਰਮ ਦਾ ਬਾਣਾ ਪਾ ਕੇ ਅਨੇਕ ਤਰ੍ਹਾਂ ਦੇ ਅਡੰਬਰ ਰਚ ਕੇ ਧਨ ਨੂੰ ਇਕੱਠਾ ਕਰਦਾ ਹੈ, ਉਹਨਾਂ ਕਰਮਾਂ ਵਿੱਚ ਉਸ ਅਡੰਬਰਾਂ ਦੇ ਵਿੱਚ ਰੱਤਾ ਭਰ ਵੀ ਸੱਚ ਨਹੀਂ ਹੁੰਦਾ। ਪਾਤਸ਼ਾਹ ਜੀ ਕਹਿੰਦੇ ਐਸੇ ਫੋਕੇ ਕਰਮ ਕਾਂਡ ਅਡੰਬਰ ਵਿਅਰਥ ਹਨ। ਜੋ ਦੂਸਰਾ ਇਹ ਸ਼ਲੋਕ ਹੈ ਇਹਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਦੂਸਰਾ ਮਨੁੱਖ ਧਰਮ ਦੇ ਨਾਂ 'ਤੇ ਤੀਰਥਾਂ 'ਤੇ ਇਸ਼ਨਾਨ ਕਰਨਾ ਜਾਂ
ਜੋ ਨਿਤ ਸਰੀਰ ਦੀ ਕਿਰਿਆ ਵਾਸਤੇ ਸਾਨੂੰ ਗੁਰੂ ਪਾਤਸ਼ਾਹ ਜੀ ਦਾ ਹੁਕਮ ਵੀ ਹੈ ਇਸ਼ਨਾਨ ਕਰਨ ਦਾ। ਪਰ ਜੇ ਕੋਈ ਇਸ ਨੂੰ ਸਮਝ ਲੈ ਕਿ ਇਸ਼ਨਾਨ ਕਰਨ ਨਾਲ ਮੈਂ ਸੁੱਚਾ ਹੋ ਗਿਆ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਦਾਂ ਕੋਈ ਸੁੱਚਾ ਨਹੀਂ ਹੁੰਦਾ। ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ। ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਦੀ ਇਸ਼ਨਾਨ ਦੀ ਕਿਰਿਆ ਨਾਲ ਸੁੱਚਮਤਾ ਦਾ ਕੋਈ ਸੰਬੰਧ ਨਹੀਂ ਹੈ। ਇਹਦੇ ਨਾਲ ਸਰੀਰ ਦੀ ਜਿਹੜੀ ਮੈਲ ਹੈ ਉਹ ਜ਼ਰੂਰ ਹੁੰਦੀ ਹੈ। ਇਸ਼ਨਾਨ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਰੋਗਾਂ ਤੋਂ ਬਚਿਆ ਰਹਿੰਦਾ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੁੱਚਮਤਾ ਤਾਂ ਆਵੇਗੀ ਜਦੋਂ ਮਨੁੱਖ ਆਪਣੇ ਜੀਵਨ ਵਿੱਚ ਰੱਬ ਦੇ ਦੈਵੀ ਗੁਣਾਂ ਨੂੰ ਜਾਂ ਧਰਮ ਦੇ ਦੈਵੀ ਗੁਣਾਂ ਨੂੰ ਧਾਰਨ ਕਰ ਲਵੇਗਾ। ਜਦੋਂ ਸੁੱਚਮਤਾ ਦੀ ਗੱਲ ਆਈ ਤੇ ਪੰਡਤ ਬੜਾ ਚਲਾਕ ਸੀ। ਉਹਨੇ ਇਸਤਰੀ ਨੂੰ ਹਰ ਇੱਕ ਪਾਸੇ ਤੋਂ ਨੀਵਾਂ ਦਿਖਾਇਆ ਤੇ ਇਸਤਰੀ ਦਾ ਜੋ ਸਰੀਰਕ ਧਰਮ ਹੈ, ਜੋ ਮੰਥਲੀ ਉਹਨਾਂ ਨੂੰ ਪੀਰੀਅਡ ਆਉਂਦਾ ਹੈ ਤਾਂ ਉਹ ਪਰਮਾਤਮਾ ਦੀ ਇੱਕ ਦਾਤ, ਪਰ ਪੰਡਤ ਨੇ ਉਹਨੂੰ ਵੀ ਅਪਵਿੱਤਰਤਾ ਦੇ ਨਾਲ ਜੋੜਤਾ ਕਿ ਉਹ ਅਪਵਿੱਤਰ ਹੈ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਤਰ੍ਹਾਂ ਕੋਈ ਅਪਵਿੱਤਰ ਨਹੀਂ ਹੁੰਦਾ, ਇਹ ਸਰੀਰ ਦਾ ਧਰਮ ਹੈ। ਪਰ ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹ ਮਨੁੱਖ ਝੂਠਾ ਹੈ, ਅਪਵਿੱਤਰ ਹੈ, ਜਿਹਦੇ ਜੀਵਨ ਦੇ ਵਿੱਚ ਸੱਚ ਨਹੀਂ ਹੈ, ਦੈਵੀ ਗੁਣ ਨਹੀਂ ਹਨ, ਪਰਮਾਤਮਾ ਦਾ ਨਾਮ ਜਪਣਾ ਅਤੇ ਪਰਮਾਤਮਾ ਦੇ ਨਾਮ ਦੇ ਦੈਵੀ ਗੁਣਾਂ ਨੂੰ ਧਾਰਨ ਕਰਨਾ ਪੂਰਨ ਭਗਤੀ ਹੈ। ਇੱਕ ਪਾਸੇ ਮਨੁੱਖ ਰੱਬ ਦੇ ਗੁਣ ਵੀ ਗਾਵੇ ਤੇ ਮਾੜੇ ਕੰਮ ਵੀ ਕਰੀ ਜਾਵੇ, ਉਹ ਮਨੁੱਖ ਸਮਝ ਲਓ ਉਹਨੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਨੇ, ਨਾ ਕਹਾਂ ਭਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਿਓ ਬਕ ਧਿਆਨ ਲਗਾਇਓ। ਅੱਖਾਂ ਮੂੰਦ ਕੇ ਬੈਠਣਾ, ਰੱਬ ਦੀ ਯਾਦ ਵਿੱਚ ਜੁੜਨਾ ਕੋਈ ਮਾੜੀ ਗੱਲ ਨਹੀਂ ਹੈ। ਪਰ ਜੇ ਕੋਈ ਮਨੁੱਖ ਅੱਖਾਂ ਕੇਵਲ ਅਡੰਬਰ ਮਾਤਰ ਬੰਦ ਕਰਕੇ ਬੈਠਾ ਹੈ ਲੋਕਾਂ ਨੂੰ ਵਿਖਾਉਣ ਵਾਸਤੇ, ਤੇ ਮਹਾਰਾਜ ਕਹਿੰਦੇ ਤੇਰੀਆਂ ਇਹਨਾਂ ਅੱਖਾਂ ਬੰਦ ਕੀਤੀਆਂ ਹੋਈਆਂ ਦਾ ਕੀ ਲਾਭ ਹੈ। ਕਹਾਂ ਭਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਿਓ ਬਕ ਧਿਆਨ ਲਗਾਇਓ। ਨਹਾਤ ਫਿਰਿਓ ਲਈ ਸਾਸ ਸਮੁੰਦਰਨ ਲੋ ਗਿਓ ਪਰ ਲੋ ਗਵਾਇਓ। ਬਾਸ ਕਿਓ ਵਿਖਿਆਣ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਇਓ। ਸਾਚ ਕੌਣ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਿਛਾ ਕੋ ਸੀਸ ਨਵਾਇਓ। ਕੋ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਹੁਣ ਧਰਮ ਦੇ ਨਾਂ 'ਤੇ ਕਰਮ ਸਾਰੇ ਕੀਤੇ, ਪਰ ਉਹਨਾਂ ਦੈਵੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕੀਤਾ। ਜਿਵੇਂ ਕੱਲ੍ਹ ਵੀ ਆਪਾਂ ਇੱਕ ਵਿਚਾਰ ਦੀ ਸਾਂਝ ਪਾਈ ਸੀ ਕਿ ਭਾਈ ਮਰਦਾਨਾ ਜੀ ਜਦੋਂ ਇੱਕ ਪੰਡਤ ਦੇ ਕੋਲੋਂ ਅੱਗ ਲੈਣ ਗਏ ਤੇ ਉਹ ਜਿਹੜੀ ਉਹਨੇ ਕਾਰ ਕੱਢੀ ਹੋਈ ਸੀ, ਗੋਲ ਲਕੀਰ ਆਸੇ ਪਾਸੇ ਵਿੱਚ ਚੌਂਕਾ ਬਣਾ ਕੇ ਬੈਠਾ ਸੀ, ਅੱਗ ਬਾਲ ਕੇ ਬੈਠਾ ਸੀ ਆਪਣਾ ਭੋਜਨ ਪ੍ਰਸ਼ਾਦਾ ਤਿਆਰ ਕਰਨ ਵਾਸਤੇ। ਭਾਈ ਮਰਦਾਨਾ ਉਸ ਕਾਰ ਦੇ ਵਿੱਚ ਚਲੇ ਗਏ ਤੇ ਉਹਨੇ ਆਖਿਆ ਮੇਰਾ ਚੌਂਕਾ ਭ੍ਰਿਸ਼ਟ ਕਰਤਾ, ਜੋ ਮੈਂ ਕਾਰ ਕੱਢੀ ਸੀ, ਜੋ ਮੈਂ ਲਕੀਰ ਕੱਢੀ ਸੀ, ਇਹਦੇ ਵਿੱਚ ਤੁਸੀਂ ਆ ਗਏ ਹੋ। ਤੇ ਅੱਗ ਲੈ ਕੇ ਪਿੱਛੇ ਦੌੜ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਕਬੁੱਧ ਡੂਮਣੀ ਕੁਦਿਆ ਕਸਾਇਨ ਪਰ ਨਿੰਦਾ ਘਟ ਚੂੜੀ। ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੇ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ।
सच संजम कारां का नावण। महाराज सच्चे पातशाह कहते सच संजम, सच दा जिहड़ा संजम जो अपने जीवन दे विच जीवन नूं संजम देवे जीवना। सच संजम करनी कारां नावण, नाम जपेई नानक अग्गै उत्तम सही जे पापां पंद ना देही। पंडित नूं महाराज कहंदे भी भाई मरदाना तेरे उस बनाए हुए चौंके ते की गया, तू अग लैके पिछे दौड़ पिया मारन वास्ते जलाण वास्ते। पंडित तू कहना मैं अपना बड़ा चौंका सुच्चा करके बैठा सी, बाहरों तो तू जरूर सुचमता रखी पर अंदर तेरे तो सारा मलीन होया पिया है। अंदरों किवें मैला होया पिया है। कबुद्ध डूमणी भाई मरदाना जी मरासी सन, कहते भी ये मरासी मेरे चौंके ते आ चढ़िया है। सतगुरु जी कहते देख तेरे अंदर कबुद्ध डूमणी जिहड़ी माड़ी बुद्धि है, ये डूम दे घर वाली तेरे अंदर बैठी है। कबुद्ध डूमनी कुदया कसायन, जिहड़ी किसे ते तेरे हिरदे विच दया नहीं आउंदी, किसे मनुख ते तू दया नहीं करदा, ये तेरे अंदर कसाई दे घर वाली बैठी है। जिवें कसाई दे अंदर कोई दया नहीं हुंदी। महाराज कहते बिल्कुल तेरे अंदर भी वही हाल है। कबुद्ध डूमनी कुदया कसायन पर निंदा घट चूड़ी, जिहड़ी तू दूसरियां दी निंदिया करदा है, ये तेरे अंदर चूड़े दे घर वाली चूड़ी बैठी हुई है। निंदा करनी रूप चूड़ी बैठी है, जो पिंड दा गोहा कूड़ा सांभदी है, साफ करदी है। कबुद्ध डूबनी कुदया कसायन पर निंदा घट चूड़ी, मुट्ठी क्रोध चंडाल। ते जिहड़ा तैनूं क्रोध आउंदा ये चंडाल दे घर वाली चंडालनी है। महाराज कहंदे चारे तां नीच तेरे घर दे हिरदे रूपी घर विच बैठे ने। कारी कड्डी क्या थी है जां चारे बैठियां नाल बाहरों लकीरां खिंचण नाल कोई सुच्चा नहीं हो जाता, क्योंकि चारे तेरे नाल हर समय बैठियां होईयां ने। तेरी माड़ी बुद्धि, तेरे हिरदे विच दया नहीं है, निंदिया करदा है दूसरियां दी, और क्रोध रूपी चंडालनी हर समय तेरे नाल गुस्से वाली बिरती। महाराज सच्चे पातशाह कहते हाँ इस तरह का तू अपना चौंका बना, इस तरह का जीवन रूपी चौंका इस तरह का बना। सच संजम, सच संजम, सच का चौंका बना। संजम अपने जीवन में संजम दे विच रखना, घट खाना, घट बोलना, घट जिहड़ा है दुनिया दे व्यवहार विच प्रवृत्त होना। सच संजम करनी कारां, उत्तम जिहड़ी करनी करनी है, श्रेष्ठ करनी करनी है, ओहदियां कारां खिच अपने जीवन दे विच चंगे काम करिया कर, दुनिया दा भला करिया कर। सच संजम करनी कारां नावण नाहों जपेई। नहाना की है? वाहिगुरू दा नाम जपना। जिथे अपने जीवन नूं संजम विच रखना है, अपनियां अखां नूं माड़ा वेखण तो रोकना है, पैरां नूं माड़े पासे जाण तो रोकना है, हत्थां नूं माड़ा करन तो रोकना है, रसना नूं माड़ा बोलण तो रोकना है, कन्नां नूं माड़ा सुणन तो रोकना है। उत्थे वाहिगुरू दा नाम जपना, ये इशनान करना है। महाराज सच्चे पातशाह कहते सच संजम करनी कारां नावण नाम जपेई, नानक अग्गै उत्तम सही जे पापा पंद ना देही। वो मनुख उत्तम है। नहीं तो महाराज सच्चे पातशाह कहते तुसीं जो इस्त्री नूं जो मैंथली उहदा धर्म आउंदा है, पीरियड आउंदा है, तुसीं कहंदे हो अपवित्र है। महाराज कहंदे वो अपवित्र नहीं, अपवित्र वो है जिहड़ा मनुख झूठ दे नाल भरिया पिया, हर समय झूठ दे विच प्रवृत्त है। पातशाह फरमान कीते महला पहला, ज्यों ज्यों रूस रणावणी
ਆਵੈ ਵਾਰੋ ਵਾਰ। ਜਿਵੇਂ ਜੋਰੂ ਇਸਤਰੀ ਜਿਹੜੀ ਹੈ ਉਹਨੂੰ ਸਿਰ ਨਹਾਵਣੀ ਭਾਵ ਜੋ ਮੈਂਥਲੀ ਪੀਰੀਅਡ ਆਉਂਦਾ ਹੈ, ਮੰਥਲੀ ਜੋ ਪੀਰੀਅਡ ਆਉਂਦਾ ਹੈ, ਪਾਤਸ਼ਾਹ ਕਹਿੰਦੇ ਉਹ ਇੱਕ ਧਰਮ ਹੈ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਨਿਯਮ ਹੈ ਸ੍ਰਿਸ਼ਟੀ ਨੂੰ ਚਲਾਉਣ ਦਾ। ਅਤੇ ਉਹ ਤਾਂ ਮਹੀਨੇ ਵਿੱਚ ਇੱਕ ਵਾਰੀ ਆਉਂਦਾ ਹੈ। ਸਿਰ ਨਹਾਵਣੀ ਤਾਂ ਕਿਹਾ ਗਿਆ ਕਿ ਜਿਸ ਵੀ ਇਸਤਰੀ ਨੂੰ ਉਹ ਐਸਾ ਮਹੀਨੇ ਦੇ ਵਿੱਚ ਆਉਂਦਾ ਫਿਰ ਉਸ ਤੋਂ ਬਾਅਦ ਕੇਸੀ ਇਸ਼ਨਾਨ ਆਦਿ ਕਰਨਾ ਹੈ ਅਤੇ ਉਹਨੂੰ ਸਿਰ ਨਹਾਵਣੀ ਵੀ ਕਿਹਾ ਗਿਆ ਹੈ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਪਰਮਾਤਮਾ ਨੇ ਜੀਵਨ ਦਾ ਇੱਕ ਨੇਮ ਬਣਾਇਆ, ਇਹਦੇ ਕਰਕੇ ਉਹ ਅਪਵਿੱਤਰ ਨਹੀਂ। ਇਸੇ ਕਰਕੇ ਆਪਾਂ ਵੇਖਦੇ ਹਾਂ ਕਿ ਕਈ ਮੰਦਰਾਂ ਦੇ ਵਿੱਚ ਇਸਤਰੀ ਨੂੰ ਜਾਣ ਦੀ ਆਗਿਆ ਨਹੀਂ ਹੈ, ਕਿ ਉਹ ਇਸਤਰੀ ਨੂੰ ਅਪਵਿੱਤਰ ਮੰਨਿਆ ਗਿਆ। ਉਹ ਇਸਤਰੀ ਜਿਹੜੀ ਹੈ ਕਈ ਵੱਡੇ ਵੱਡੇ ਮੰਦਰ ਨੇ ਉੱਥੇ ਪਿੱਛੇ ਜੀ ਆਪਾਂ ਵੇਖਿਆ ਸਾਡੇ ਇਸ ਮੁਲਕ ਦੇ ਵਿੱਚ ਇਸਤਰੀਆਂ ਵੱਲੋਂ ਬੀਬੀਆਂ ਭੈਣਾਂ ਵੱਲੋਂ ਬੜਾ ਵਿਦਰੋਹ ਵੀ ਕੀਤਾ ਗਿਆ ਸੀ ਹਿੰਦੂ ਧਰਮ ਨੂੰ ਜਿਹੜੀਆਂ ਮੰਨਣ ਵਾਲੀਆਂ ਸੀ, ਕਿ ਉਹਨਾਂ ਨੂੰ ਸ਼ਨੀ ਦੇਵ ਦੇ ਮੰਦਰ ਦੇ ਵਿੱਚ ਜਾਣ ਦੀ ਆਗਿਆ ਨਹੀਂ, ਉਸ ਮੰਦਰ ਵਿੱਚ ਨਹੀਂ ਉਹ ਜਾ ਸਕਦੀਆਂ। ਹੋਰ ਵੀ ਕਈ ਮੰਦਰ ਨੇ ਅਤੇ ਉਹਦਾ ਕਾਰਨ ਵੀ ਉਹ ਪੰਡਿਤ ਬ੍ਰਾਹਮਣ ਇਹੀ ਦੱਸਦੇ ਨੇ ਕਿ ਇਸਤਰੀ ਅਪਵਿੱਤਰ ਹੁੰਦੀ ਇਸ ਕਰਕੇ। ਪਰ ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਕਿਤੇ ਵੀ ਬੰਦਸ਼ ਨਹੀਂ ਲਾਈ। ਹਾਂ, ਗੁਰੂ ਦੀ ਤਾਬਿਆ ਵਿੱਚ ਬੈਠਣਾ, ਸਰੀਰ ਦੀ ਸੁਚਮਤਾ ਜ਼ਰੂਰ ਹੋਣੀ ਚਾਹੀਦੀ ਹੈ। ਉਹ ਭਾਵੇਂ ਕੋਈ ਭਾਈ ਵੀਰ ਵੀ ਹੈ, ਜੇ ਕਿਸੇ ਭਾਈ ਵੀਰ ਦੇ ਲੱਤ 'ਤੇ ਪੈਰ 'ਤੇ ਜਾਂ ਸਰੀਰ ਦੇ ਕਿਸੇ ਹਿੱਸੇ 'ਤੇ ਜ਼ਖਮ ਹੋਇਆ, ਵਿੱਚੋਂ ਰੱਤ ਵਿਸਦੀ ਹੈ, ਜਾਂ ਹੱਥ ਉਂਗਲੀ 'ਤੇ ਕਿਤੇ ਕੋਈ ਜ਼ਖਮ ਹੋਇਆ ਹੈ, ਉਹ ਵੀ ਗੁਰੂ ਦੀ ਤਾਬਿਆ ਨਹੀਂ ਬੈਠ ਸਕਦਾ, ਕਿਉਂਕਿ ਉਹ ਬਿਮਾਰੀ ਦੇ ਕਿਰਮ ਨੇ ਜਾਂ ਖੂਨ ਦੇ ਜਾਂ ਕਿਸੇ ਤਰ੍ਹਾਂ ਦੇ ਧੱਬੇ ਲੱਗ ਸਕਦੇ ਨੇ। ਇਸ ਕਰਕੇ ਇਸ ਤਰ੍ਹਾਂ ਦਾ ਬੰਦਾ ਉਂਝ ਵੀ ਗੁਰੂ ਦੀ ਤਾਬਿਆ ਵਿੱਚ ਬੈਠਾ ਚੰਗਾ ਨਹੀਂ ਲੱਗਦਾ ਵੀ ਉਹਦੇ ਹੱਥ 'ਤੇ ਪੱਟੀ ਬੰਨ੍ਹੀ ਹੋਵੇ ਜਾਂ ਕੋਈ ਜ਼ਖਮ ਹੋਵੇ ਹੱਥ ਪੈਰ 'ਤੇ ਸਰੀਰ 'ਤੇ। ਤੋ ਇਹਦਾ ਤਾਂ ਖਿਆਲ ਸਾਰਿਆਂ ਨੂੰ ਰੱਖਣ ਵਾਸਤੇ ਮਹਾਰਾਜ ਨੇ ਕਿਹਾ, ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਪੁਰਸ਼ ਹੈ। ਪਰ ਐਸਾ ਨਹੀਂ ਕਿ ਇਸਤਰੀ ਉਸ ਸਮੇਂ ਗੁਰਦੁਆਰੇ ਨਹੀਂ ਆ ਸਕਦੀ ਜਾਂ ਬਾਣੀ ਨਹੀਂ ਪੜ੍ਹ ਸਕਦੀ, ਨਾਮ ਨਹੀਂ ਜਪ ਸਕਦੀ। ਕਈ ਸਾਡੀਆਂ ਭੈਣਾਂ ਬੀਬੀਆਂ ਉਹ ਇਸ ਤਰ੍ਹਾਂ ਦਾ ਮਨ ਵਿੱਚ ਆ ਜਾਂਦਾ ਵੀ ਮੈਂ ਹੁਣ ਨਿਤਨੇਮ ਕਰਾਂ ਕਿ ਨਾ ਕਰਾਂ, ਘਰ ਵਿੱਚ ਬੈਠ ਕੇ ਬਾਣੀ ਪੜ੍ਹਾਂ ਕਿ ਨਾ ਪੜ੍ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਨਾਮ ਜਪਣਾ। ਗੁਰਸਿੱਖ ਨੂੰ ਤੇ ਮਹਾਰਾਜ ਨੇ ਕਿਹਾ ਮੇਰਾ ਸਿੱਖ ਹਰ ਰੋਜ਼ ਨਿਤਨੇਮ ਕਰੇ, ਬਾਣੀ ਪੜ੍ਹੇ, ਨਾਮ ਜਪੇ, ਸੰਗਤ ਵਿੱਚ ਆਵੇ। ਹਾਂ, ਸਰੀਰ ਦੀ ਸੁਚਮਤਾ ਦਾ ਉਸ ਸਮੇਂ ਖਿਆਲ ਜ਼ਰੂਰ ਰੱਖਣਾ ਹੈ। ਬਾਕੀ ਜੇ ਕੋਈ ਇਹ ਕਹਿੰਦਾ ਕਿ ਉਸ ਸਮੇਂ ਇਸਤਰੀ ਅਪਵਿੱਤਰ ਹੋ ਗਈ, ਅਤੇ ਮਹਾਰਾਜ ਕਹਿੰਦੇ ਉਹ ਇਸਤਰੀ ਅਪਵਿੱਤਰ ਨਹੀਂ ਹੈ। ਉਹ ਤਾਂ ਮਹੀਨੇ ਵਿੱਚ ਜੇ ਆਪਾਂ ਤੁਹਾਡੇ ਕਹਿਣ ਮੁਜਬ ਇਹ ਗੱਲ ਮੰਨ ਵੀ ਲਈਏ, ਉਹ ਤਾਂ ਮਹੀਨੇ ਵਿੱਚ ਇੱਕ ਵਾਰੀ ਅਪਵਿੱਤਰ ਹੋਈ ਤਾਂ ਉਹ ਮਨੁੱਖ ਤਾਂ ਰੋਜ਼ ਹੀ ਅਪਵਿੱਤਰ ਹੈ। ਉਹ ਮਨੁੱਖ ਫਿਰ ਕਿਵੇਂ ਗੁਰੂ ਘਰ ਆ ਸਕਦਾ, ਮੰਦਰ ਵਿੱਚ ਜਾਂ ਮਸਜਿਦ ਵਿੱਚ ਜਾ ਸਕਦਾ, ਜਿਹੜਾ ਝੂਠ ਨਾਲ ਜੁੜਿਆ, ਝੂਠ ਹੀ ਬੋਲਦਾ ਹਰ ਸਮੇਂ। ਝੂਠ ਕਰਕੇ ਜਿਹੜਾ ਅਪਵਿੱਤਰ ਹੋਇਆ ਬੈਠਾ ਉਹਨੂੰ ਕਿਵੇਂ ਅੰਦਰ ਆਉਣ ਦੀ ਆਗਿਆ ਮਿਲ ਸਕਦੀ ਹੈ? ਕਿਉਂਕਿ ਮਹਾਰਾਜ ਕਹਿੰਦੇ ਅਸਲੀ ਜਿਹੜੀ ਝੂਠ ਹੈ ਉਹ ਹੈ ਮਨ ਦੀ, ਸਰੀਰ ਦੀ ਨਹੀਂ। ਮਹਾਰਾਜ ਕਹਿੰਦੇ ਅਸਲ ਵਿੱਚ ਝੂਠਾ ਉਹ ਹੈ ਜਿਹੜਾ ਮਨੁੱਖ ਝੂਠ ਨਾਲ ਜੁੜਿਆ ਹੋਇਆ ਹੈ। ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਝੂਠਾ ਮਨੁੱਖ ਕੌਣ ਹੈ? ਜੋ ਮਨੁੱਖ ਝੂਠ ਨਾਲ ਜੁੜਿਆ ਹੋਇਆ ਹੈ, ਜਿਹਦੀਆਂ ਅੱਖਾਂ ਮਾੜਾ ਵੇਖਦੀਆਂ ਨੇ, ਜਿਹਦੀ ਰਸਨਾ ਮਾੜਾ ਬੋਲਦੀ ਹੈ, ਜਿਹੜਾ ਮਨੁੱਖ ਕੰਨਾਂ ਨਾਲ ਮਾੜਾ ਸੁਣਦਾ ਹੈ ਉਹ ਹੈ ਝੂਠਾ। ਜਿਹੜਾ ਮਨੁੱਖ ਹੱਥਾਂ ਨਾਲ ਮਾੜਾ ਕਰਦਾ ਹੈ, ਪੈਰਾਂ ਨਾਲ ਮਾੜੇ ਪਾਸੇ ਚੱਲ ਕੇ ਜਾਂਦਾ ਹੈ, ਉਸ ਮਨੁੱਖ ਨੂੰ ਗੁਰਬਾਣੀ ਨੇ ਝੂਠਾ ਆਖਿਆ। ਅਤੇ ਜਪਜੀ ਸਾਹਿਬ ਜੀ ਬਾਣੀ ਪੜ੍ਹਦੇ ਹੋ ਨਾ ਤੁਸੀਂ, ਉੱਥੇ ਮਹਾਰਾਜ ਨੇ ਉਹੀ ਬਚਨ ਆਖੇ ਨੇ। ਸਵਾਲ ਕੀਤਾ ਸੀ ਸਿੱਧਾ ਨੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਮਨੁੱਖ ਸਚਿਆਰ ਕਿਵੇਂ ਹੋਵੇ, ਨਿਰਮਲ ਕਿਵੇਂ ਹੋਵੇ, ਇਹਦਾ ਜੀਵਨ ਉੱਤਮ ਕਿਵੇਂ ਹੋਵੇ, ਉਹ ਕੂੜ ਦੀ ਜਿਹੜੀ ਕੰਧ ਹੈ ਉਹ ਕਿਵੇਂ ਟੁੱਟੇ।
ਤੇ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਲੱਗ ਜਾਵੇ, ਮਰਿਆਦਾ ਵਿੱਚ ਆ ਜਾਵੇ। ਕੰਨਾਂ ਦੀ ਮਰਿਆਦਾ ਹੈ, ਅੱਖਾਂ ਦੀ ਮਰਿਆਦਾ ਹੈ, ਰਸਨਾ ਦੀ ਮਰਿਆਦਾ ਹੈ, ਹੱਥਾਂ ਪੈਰਾਂ ਦੀ ਮਰਿਆਦਾ ਹੈ। ਮਨੁੱਖ ਦੇ ਕੋਲ ਨਾ ਤਾਂ ਕੰਨਾਂ ਦੀ ਮਰਿਆਦਾ ਰਹਿ ਗਈ, ਨਾ ਰਸਨਾ ਦੀ, ਨਾ ਅੱਖਾਂ ਦੀ, ਨਾ ਹੱਥਾਂ ਪੈਰਾਂ ਦੀ, ਕੋਈ ਮਰਿਆਦਾ ਰਹਿ ਹੀ ਨਹੀਂ ਗਈ। ਅੱਖਾਂ ਮਰਿਆਦਾ ਵਿੱਚ ਨਹੀਂ ਵੇਖਦੀਆਂ ਆਪਣੀਆਂ। ਜਿਵੇਂ ਵੇਖੋ ਆਪਾਂ ਉੱਥੇ ਮਰਿਆਦਾ ਵਰਤਦੇ ਹਾਂ ਜਿੱਥੇ ਸਾਨੂੰ ਲੋੜ ਹੈ, ਨਹੀਂ ਤਾਂ ਅਸੀਂ ਆਮ ਵਰਤਦੇ ਨਹੀਂ। ਜੋ ਇਹਦੀ ਰੋਜ਼ ਦੀ ਨਿੱਤ ਦੀ ਮਰਿਆਦਾ ਚਾਹੀਦੀ ਸੀ, ਜਿੱਥੇ ਸਾਨੂੰ ਲੱਗਾ ਉੱਥੇ ਵਰਤ ਲਿਆ, ਨਹੀਂ ਤਾਂ ਨਹੀਂ ਛੱਡ ਦਿੱਤੀ। ਆਪਾਂ ਆਪਣੀ ਧੀ ਨੂੰ ਵੇਖਦੇ ਹਾਂ, ਸਾਡੀ ਅੱਖਾਂ ਮਰਿਆਦਾ ਵਿੱਚ ਵੇਖਦੀਆਂ ਨੇ। ਆਪਣੀ ਭੈਣ ਨੂੰ ਵੇਖਦੇ ਹਾਂ, ਮਰਿਆਦਾ ਵਿੱਚ ਵੇਖਦੀਆਂ ਨੇ ਅੱਖਾਂ। ਪਰ ਜਦੋਂ ਕਿਸੇ ਦੀ ਧੀ ਭੈਣ ਨੂੰ ਵੇਖਣਾ ਹੈ, ਇਹ ਅੱਖਾਂ ਮਰਿਆਦਾ ਤੋਂ ਬਾਹਰ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਰਸਨਾ ਹੈ, ਇਹ ਕੰਨ ਨੇ, ਹੱਥ ਪੈਰ, ਇਹ ਸਾਰੀ ਸਾਡੀ ਸਰੀਰ ਬੋਡੀ ਜਿੰਨੀ ਵੀ ਹੈ, ਇਹ ਬਸ ਮਰਿਆਦਾ ਮਨੁੱਖ ਓਨੀ ਕੀ ਵਰਦਾ ਜਿੰਨੀ ਕਹਿੰਦਾ ਮੈਨੂੰ ਲੋੜ ਹੈ, ਨਹੀਂ ਤਾਂ ਇਹ ਮਰਿਆਦਾ ਤੋਂ ਬਾਹਰ, ਹੁਕਮ ਤੋਂ ਬਾਹਰ ਚੱਲਦਾ ਹੈ ਸਰੀਰ। ਤੋ ਪਾਤਸ਼ਾਹ ਕਹਿੰਦੇ ਉਹ ਮਨੁੱਖ ਝੂਠਾ ਹੈ ਜਿਹਦੇ ਕੋਲ ਕੰਨਾਂ ਦੀ ਮਰਿਆਦਾ ਨਹੀਂ ਹੈ। ਮਹਾਰਾਜ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਆਪਾਂ, ਉੱਥੇ ਮਹਾਰਾਜ ਨੇ ਵੇਖੋ ਸਾਰਿਆਂ ਦੀ ਗੱਲ ਕੀਤੀ। ਇਹ ਰਸਨਾ ਤੂੰ ਅਨਰਸ ਰਾਗ ਰਹੀ, ਤੇਰੀ ਪਿਆਸ ਨਾ ਜਾਏ। ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ। ਕੰਨਾਂ ਨੂੰ ਵੀ ਉੱਥੇ ਆਖਿਆ, ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਗੱਲ ਕਰਦੇ ਨੇ ਉੱਥੇ, ਕਿਉਂਕਿ ਸਾਰਾ ਸਰੀਰ ਇਹਦੀ ਮਰਿਆਦਾ ਜਦੋਂ ਤੱਕ ਅਸੀਂ ਧਾਰਨ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਨੀ। ਅਤੇ ਉਹ ਤਾਂ ਹੋਵੇਗੀ ਜਦੋਂ ਸਾਡਾ ਮਨ ਇਸ ਪਾਸੇ ਆਵੇਗਾ। ਕਿਉਂਕਿ ਅੱਗੇ ਪੌੜੀ ਦਾ ਸ਼ਬਦ ਹੈ, ਸਾਰੀ ਸਰੀਰ ਦੀ ਕਿਰਿਆ ਮਨ ਕਰਕੇ ਹੋ ਰਹੀ ਹੈ। ਆਪਾਂ ਵਧੀਆ ਕੱਪੜੇ ਕਿਉਂ ਪਾਉਂਦੇ ਹਾਂ? ਕਿਉਂਕਿ ਸਾਡਾ ਮਨ ਕਹਿੰਦਾ ਹੈ। ਇੱਕ ਪਾਗਲ ਬੰਦਾ ਹੈ, ਉਹਦਾ ਮਨ ਗਤੀ ਨਹੀਂ ਕਰ ਰਿਹਾ, ਉਹ ਭਾਵੇਂ ਗੰਦੇ ਕੱਪੜੇ ਪਾਏ, ਭਾਵੇਂ ਜਿਸ ਤਰ੍ਹਾਂ ਮਰਜ਼ੀ, ਕੋਈ ਉਹਨੂੰ ਪਰਵਾਹ ਨਹੀਂ ਹੈ। ਉਹਦਾ ਮਨ ਡੈਡ ਹੋ ਗਿਆ ਹੈ, ਉਹਨੂੰ ਕਿਸੇ ਤਰ੍ਹਾਂ ਦੀ ਸਮਝ ਨਹੀਂ ਰਹੀ। ਪੈਰਾਂ ਵਿੱਚ ਜੁੱਤੀ ਪਾਈ ਕਿ ਨਹੀਂ ਪਾਈ, ਧੁੱਪੇ ਬੈਠਾ, ਮੀਂਹ 'ਚ ਬੈਠਾ, ਕਿਤੇ ਬੈਠਾ, ਕੋਈ ਗੱਲ ਨਹੀਂ। ਪਰ ਆਪਾਂ ਸਾਰਾ ਸਾਡੇ ਸਰੀਰ ਦੀ ਗਤੀ ਕਿਹਦੇ ਕਰਕੇ ਹੈ? ਮਨ ਕਰਕੇ ਹੈ। ਮਨ ਕਹਿੰਦਾ ਇਹ ਖਾਣਾ ਹੈ, ਮਨ ਕਹਿੰਦਾ ਇਹ ਪਾਣਾ ਹੈ, ਮਨ ਕਹਿੰਦਾ ਇਸ ਤਰ੍ਹਾਂ ਦੀ ਪੈਰ ਵਿੱਚ ਜੁੱਤੀ ਚਾਹੀਦੀ, ਇਸ ਤਰ੍ਹਾਂ ਦੀ ਗੱਡੀ ਚਾਹੀਦੀ ਹੈ। ਇਹ ਸਾਰੀ ਮਨ ਦੀ ਫਰਮਾਇਸ਼ ਚੱਲ ਰਹੀ ਹੈ। ਸਰੀਰ ਦੀ ਓਨੀ ਮੰਗ ਨਹੀਂ ਹੈ ਜਿੰਨੀ ਮਨ ਦੀ ਹੈ। ਅਤੇ ਆਪਾਂ ਸਰੀਰ ਕਰਕੇ ਵੀ ਨਹੀਂ ਇੰਨਾ ਕਰਦੇ, ਇਹ ਸਾਰੀਆਂ ਮੰਗਾਂ ਮਨ ਕਰਕੇ ਕਰ ਰਹੇ ਹਾਂ। ਵੀ ਇੰਨੀ ਵੱਡੀ ਕੋਠੀ ਚਾਹੀਦੀ, ਇੰਨਾ ਕੁਝ ਚਾਹੀਦਾ, ਇਹ ਸਭ ਮਨ ਦੀ ਗਤੀ ਹੈ। ਤੋ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮਨੁੱਖ ਝੂਠੇ ਹੋ ਰਹੇ ਨੇ। ਅਤੇ ਝੂਠੇ ਮਨੁੱਖ ਜਿਹੜੇ ਅੰਦਰੋਂ ਝੂਠੇ ਨੇ, ਉਹਨਾਂ ਦਾ ਮੂੰਹ ਵੀ ਝੂਠਾ, ਉਹਨਾਂ ਦਾ ਚਰਿੱਤਰ ਵੀ, ਜੀਵਨ ਉਹਨਾਂ ਦਾ ਸਾਰਾ ਕੁਝ ਹੀ ਝੂਠਾ ਹੈ। ਉਹ ਮਨੁੱਖ ਸੁੱਚੀ ਥਾਂ 'ਤੇ ਆ ਕੇ ਵੀ ਬੈਠਾ ਹੈ ਨਾ, ਸੁੱਚੀ ਜਗ੍ਹਾ ਭਾਵ ਜੇ ਐਵੇਂ ਆਪਾਂ ਧਾਰਮਿਕ ਸਥਾਨ ਕਹਿੰਦੇ ਹਾਂ, ਉਹ ਮਨੁੱਖ ਉੱਥੇ ਬੈਠਾ ਵੀ ਝੂਠਾ ਹੀ ਹੈ। ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਉਸ ਝੂਠ ਕਰਕੇ ਰੋਜ਼ ਖੁਆਰ ਹੁੰਦਾ। ਮਨੁੱਖ ਦੇ ਅੰਦਰ ਲਾਲਚ ਦੀ ਝੂਠ ਹੈ, ਰੋਜ਼ ਖੁਆਰ ਹੁੰਦਾ ਲਾਲਚ ਕਰਕੇ। ਮਨੁੱਖ ਦੇ ਅੰਦਰ ਕਾਮ ਦੀ ਝੂਠ ਹੈ, ਲੋਭ ਦੀ, ਝੂਠ ਦੀ, ਵਿਸ਼ੇ ਵਿਕਾਰਾਂ ਦੀ ਝੂਠ ਲੱਗੀ, ਉਸ ਝੂਠ ਕਰਕੇ ਰੋਜ਼ ਖੁਆਰ ਹੁੰਦਾ ਹੈ, ਰੋਜ਼ ਦੁੱਖ ਪਾਉਂਦਾ ਹੈ। ਸੋਚਦਾ ਮੇਰਾ ਅੱਜ ਦਿਨ ਵੀ ਵਿਅਰਥ ਚਲਾ ਗਿਆ, ਝੂਠ ਦੇ ਵਿੱਚ ਲੱਗਾ ਰਿਹਾ ਅਤੇ ਅੱਜ ਜ਼ਿਆਦਾ ਇੰਨਾ ਟਾਈਮ ਮੇਰਾ ਖਰਾਬ ਹੋ ਗਿਆ। ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਸੁੱਚੇ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਅੰਤਰ ਮੈਲ ਜੇ ਤੀਰਥ ਨਹਾਵੈ, ਤਿਸੈ ਬੈਕੁੰਠ ਨਾ ਜਾਨਾ। ਲੋਕ ਪਤੀਨੇ ਕਛੂ ਨ ਹੋਵੈ, ਨਾਹੀ ਰਾਮ ਇਆਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਜਲ ਕੇ ਮੱਜਣ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ। ਜੈਸੇ ਮੇਂਢਕ ਤੈਸੇ ਹੋਏ, ਨਰ ਫਿਰ ਫਿਰ ਜੂਨੀ ਆਵੈ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ,
ਤਾਂ ਸਗਲੀ ਸੈਣ ਤਰਾਈ ਦਿਨਸ ਨਾ ਰਹਿਣ ਬੇਦਨੀ ਸ਼ਾਸਤਰ ਤਾਂ ਵਸੈ ਨਿਰੰਕਾਰਾ ਕਹਿ ਕਬੀਰ ਨਰ ਤਿਸੈ ਧਿਆਵੋ ਬਾਵਰਿਆ ਸੰਸਾਰਾ। ਭਾਵੇਂ ਤੀਰਥਾਂ 'ਤੇ ਵੀ ਜਾ ਕੇ ਇਸ਼ਨਾਨ ਕਰ ਲਵੇ ਮਨੁੱਖ, ਮਹਾਰਾਜ ਕਹਿੰਦੇ ਜੇ ਇਹਨੇ ਆਪਣੇ ਅੰਦਰ ਦੈਵੀ ਗੁਣ ਨਹੀਂ ਧਾਰਨ ਕੀਤੇ ਤੇ ਪਿੰਡੇ ਨੂੰ ਧੋਣ ਨਾਲ ਕੋਈ ਸੁੱਚਾ ਨਹੀਂ ਹੋਵੇਗਾ। ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ। ਫਿਰ ਕੌਣ ਨੇ ਸੁੱਚੇ? ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਅੰਦਰ ਰੱਬ ਦੇ ਦੈਵੀ ਗੁਣ ਆ ਗਏ, ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਤੇ ਰੱਬ ਦੇ ਦੈਵੀ ਗੁਣਾਂ ਨੂੰ ਧਾਰਨ ਕਰ ਲਿਆ, ਉਹ ਸੁੱਚੇ ਹੋ ਗਏ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਤੇ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਵੀ ਰੱਬ ਤੇ ਸਾਰਿਆਂ ਵਿੱਚ ਹੀ ਹੈ, ਫਿਰ ਮਨੁੱਖ ਨੂੰ ਸੁੱਚਾ ਹੋਣ ਦੀ ਕੀ ਲੋੜ ਪੈ ਗਈ। ਮਹਾਰਾਜ ਕਹਿੰਦੇ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਵੇਖੋ ਸਾਰੀ ਧਰਤੀ ਵਿੱਚ ਰੱਬ ਨੇ ਇਹ ਸ਼ਕਤੀ ਭਰੀ ਹੈ ਕਿ ਉਹਦੇ ਵਿੱਚ ਤੁਸੀਂ ਜੇ ਬੀਜ ਬੀਜੋਗੇ ਤਾਂ ਤੁਹਾਨੂੰ ਫਲ ਮਿਲੇਗਾ, ਜੇ ਨਾ ਬੀਜੋਗੇ ਧਰਤੀ ਵਿੱਚ ਸ਼ਕਤੀ ਹੈ ਪਰ ਉਹਦੇ ਤੋਂ ਤੁਹਾਨੂੰ ਲਾਭ ਕੋਈ ਨਹੀਂ ਮਿਲੇਗਾ। ਜ਼ਿਮੀਂਦਾਰ ਕੋਲ 5-10 ਕਿੱਲੇ ਜ਼ਮੀਨ ਆਖੇ ਜੀ ਇਹਦੇ ਵਿੱਚ ਬੜੀ ਵਧੀਆ ਕਣਕ ਹੁੰਦੀ ਹੈ, ਇਹਦੇ ਵਿੱਚ ਬਾਗ ਬੜੇ ਵਧੀਆ ਪ੍ਰਫੁੱਲਤ ਹੋ ਸਕਦੇ ਨੇ, ਪਰ ਬੀਜੇ ਕੁਝ ਵੀ ਨਾ। ਉਹਦੇ ਵਿੱਚ ਸ਼ਕਤੀ ਜ਼ਰੂਰ ਹੈ ਧਰਤੀ ਦੇ ਵਿੱਚ, ਪਰ ਬਾਹਰੋਂ ਬੀਜਣਾ ਪਵੇਗਾ। ਰੱਬ ਸਾਰਿਆਂ ਦੇ ਅੰਦਰ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਸੋਏ। ਇਸੇ ਤਰ੍ਹਾਂ ਰੱਬ ਸਾਰਿਆਂ ਦੇ ਅੰਦਰ ਹੈ, ਪਰ ਉਹ ਗੁਰੂ ਦੀ ਮੱਤ ਲੈ ਕੇ ਜਪਣਾ ਪਵੇਗਾ। ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਦੋਂ ਤੇਰੇ ਮਨ ਵਿੱਚ ਵਸਿਆ ਤੇ ਫਿਰ ਇਹ ਸਰੀਰ ਰੂਪੀ ਖੇਤ ਹਰਿਆ ਭਰਿਆ ਹੋ ਜਾਵੇਗਾ। ਇਹਦੇ ਵਿੱਚ ਸ਼ਕਤੀ ਹੈ, ਉਹ ਛੁਪੀ ਹੋਈ ਹੈ। ਧਰਤੀ ਵਿੱਚ ਭਾਵੇਂ ਕਿੰਨੀ ਸ਼ਕਤੀ ਫਸਲ ਪੈਦਾ ਕਰਨ ਦੀ, ਬਾਹਰੋਂ ਨਹੀਂ ਬੀਜਾਂਗੇ ਕੁਝ ਵੀ ਨਹੀਂ ਪੈਦਾ ਹੋਵੇਗਾ। ਭਾਵੇਂ ਸਾਰਿਆਂ ਵਿੱਚ ਉਹ ਜੋਤ ਹੈ, ਪਰ ਬਾਹਰੋਂ ਨਾਮ ਜਪਣਾ ਪਵੇਗਾ ਗੁਰੂ ਦੀ ਮੱਤ ਲੈ ਕੇ। ਜਦੋਂ ਮਨ ਵਿੱਚ ਰੱਬ ਵਸ ਗਿਆ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਉਹ ਫਿਰ ਸੁੱਚੇ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।